ਜ਼ਿਲ੍ਹਾ ਗੁਰਦਾਸਪੁਰ ਵਾਸੀਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ। ਸਾਡਾ ਇਹ ਹਫ਼ਤਾਵਾਰੀ ਜੋ ਕੋਵਿਡ-19 ਅਪਡੇਟ ਹੈ ਉਹਦੇ ਵਿੱਚ ਆਪ ਸਭ ਦਾ ਸਵਾਗਤ ਹੈ। ਇਸ ਅਪਡੇਟ ਦੇ ਵਿੱਚ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕੋਵਿਡ-19 ਨੂੰ ਲੈ ਕੇ ਕੀ ਗਤੀਵਿਧੀਆਂ ਕੀਤੀਆਂ ਗਈਆਂ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅੱਜ ਮੈਂ ਇੱਕ ਬੜੀ ਹੀ ਦੁੱਖ ਭਰੀ ਘਟਨਾ ਬਾਰੇ ਵੀ ਗੱਲ ਕਰਾਂਗਾ, ਜਿਹੜੀ ਕਿ ਸਾਡੇ ਬਟਾਲਾ ਸ਼ਹਿਰ ਵਿੱਚ ਹੋਈ ਹੈ, ਪੂਰੇ ਪੰਜਾਬ ਦੇ ਵਿੱਚ ਵੀ ਹੋਈ ਹੈ, ਜਿਹਦੇ ਵਿੱਚ ਪੂਰੇ ਪੰਜਾਬ 'ਚ 113 ਕੀਮਤੀ ਜਾਨਾਂ ਚਲੀਆਂ ਗਈਆਂ ਨੇ ਤੇ ਗੁਰਦਾਸਪੁਰ ਦੇ ਵਿੱਚ ਬਟਾਲਾ ਸ਼ਹਿਰ ਦੇ ਵਿੱਚ 14 ਕੀਮਤੀ ਜਾਨਾਂ ਚਲੀਆਂ ਗਈਆਂ ਨੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਪਰਿਵਾਰਾਂ ਨਾਲ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਖੋਏ ਨੇ ਇਸ ਮਾੜੀ ਘਟਨਾ ਦੇ ਵਿੱਚ, ਦੁਖਦਾਈ ਘਟਨਾ ਦੇ ਵਿੱਚ, ਆਪਣੀ ਹਮਦਰਦੀ ਪ੍ਰਗਟਾਉਂਦਾ ਹਾਂ, ਉਹਨਾਂ ਦਾ ਦੁੱਖ ਸਾਂਝਾ ਕਰਦੇ ਹਾਂ ਤੇ ਇਹ ਵੀ ਅਰਦਾਸ ਕਰਦੇ ਹਾਂ ਕਿ ਜੇ ਪਰਮਾਤਮਾ ਵਿਛੜੀਆਂ ਹੋਈਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ, ਆਪਣੇ ਚਰਨਾਂ 'ਚ ਸਥਾਨ ਦੇਵੇ। ਪਰ ਇਹ ਇੱਕ ਬਹੁਤ ਹੀ ਦੁਖਦਾਈ ਘਟਨਾ ਸੀ ਜਿਸ ਤੋਂ ਬਚਿਆ ਜਾ ਸਕਦਾ ਸੀ, ਜਿਸमें मानयोग मुख्यमंत्री जी ने कहा कि कोई हादसा नहीं, ये मर्डर है। बिल्कुल ठीक गल है, मर्डर है। ਜਿਹੜੇ ਲੋਕਾਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੀ ਪੁਲਿਸ ਭਾਲ ਕਰ ਰਹੀ ਹੈ, ਤਫਤੀਸ਼ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਤੇ ਪੁਲਿਸ ਵੱਲੋਂ ਮੈਂ ਗੁਰਦਾਸਪੁਰ ਵਾਸੀਆਂ ਨੂੰ ਇਹ ਭਰੋਸਾ ਦਿਵਾਉਣਾ ਕਿ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। सख्त तो सख्त सजा दी जाएगी और यही नहीं बस किया जाएगा कि केवल कानूनी कार्रवाई की जाए जो कि क्रिमिनल प्रोसीक्यूशन है। ये नाल नाल इन्हां दी असासियां की जानकारी पड़ताल, इन्होंने किन्ने प्रॉपर्टीज़ बनाई ने, किहड़े किहड़े गलत काम करते सीगे साड दे विच, ये सारिਆਂ ਦੀ ਜਾਂਚ पड़ताल की जाएगी। और ਜਿਹੜੇ ਮ੍ਰਿਤਕ ਪਰਿਵਾਰਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੇ 2-2 ਲੱਖ ਰੁਪਏ ਅਨਾਉਂਸ ਕੀਤਾ ਸੀਗਾ, ਉਹ ਪੈਸਾ ਵੀ ਮੇਰੇ ਕੋਲ ਅੱਜ ਸ਼ਾਮ ਨੂੰ ਆ ਗਿਆ। ਅਸੀਂ ਕੱਲ ਸਵੇਰੇ ਕੋਸ਼ਿਸ਼ ਕਰਾਂਗੇ, ਕੱਲ ਸ਼ਾਮ ਤੱਕ ਤੇ ਨਹੀਂ ਪਰਸੋਂ ਤੱਕ, ਇਹ 2-2 ਲੱਖ ਰੁਪਇਆ ਸਾਰੇ ਪਰਿਵਾਰਾਂ ਦੇ ਵਿੱਚ ਪਹੁੰਚਦਾ ਕਰ ਦਈਏ ਤਾਂ ਕਿ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ। ਪੈਸਾ ਬੰਦੇ ਦਾ ਬਦਲ ਨਹੀਂ ਹੁੰਦਾ, ਪਰ ਘੱਟੋ ਘੱਟ ਕੁਝ ਰਾਹਤ ਮਿਲਦੀ ਹੈ। ਇਹਨਾਂ ਪਰਿਵਾਰਾਂ ਦੇ ਮੈਂਬਰਾਂ ਨੇ ਕੁਝ ਹੋਰ ਮਦਦ ਦੀ ਮੰਗ ਕੀਤੀ ਹੈ। ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ कि जे किसी का मकान नहीं है तो मकान की ग्रांट दे सकीए, जे कोई होर रोज़गार के मसले ने उन्होंने बच्चों को रोज़गार दिला सकीए, तो पूरा इन्होंने सारे मैंबरों का, परिवार के मैंबर मंग ध्यान रखा जाएगा। और ये घटना अगे ना वापरे वो एक तो मानयोग मुख्य मंत्री जी ने पंजाब पुलिस को सख्त निर्देश दिते हैं कि ये एक पूरी ब्योतबंदी बना के कार्रवाई की जाए। साडा जिला बटाला के SSP साहब ये बहुत ज़्यादा मेहनत कर रहे हैं। उन्होंने उस दिन चार्ज लिया सीगा, उस दिन तो उन्होंने बड़ी सख्त कार्रवाई की है और उन्होंने व्यक्तियों को भी गिरफ्तार किया गया जिन्होंने लोग समाज सेवक कहते सीगे और या जिन्होंने बारे लोग शक नहीं करते सीगे। वो अजे भी पूरी तनदेही नाल लगे हुए हैं और अज भी उन्होंने मैंने भरोसा दिवाया है कि बिल्कुल वो किसी नाल लिहाज नहीं करेंगे। इसी प्रकार साडे SSP गुरदासपुर उन्होंने भी पुलिस की तस्करी के विरुद्ध, शराब की तस्करी के विरुद्ध सख्त कार्रवाई शुरू की हुई है। थां थां छापेमारी करके शराब फड़ी जा रही है। सो जिथे असी सप्लाई साइड के उपर कानूनी कार्रवाई कर रहे हैं, उत्थे असी ये वेख्या कि बटाला शहर के अंदरूनी भाग के विच तकरीबन 5000 परिवार रहिंदे ने जिथे ज़्यादा घटनावां वापरदियां। असी अज ही उत्थे रैड क्रॉस के माध्यम तो एक उन्होंने ई रिक्शा लैके दी है, क्योंकि तंग गलियां ने, उत्थे दूजी गड्डी नहीं जा सकती सी। और असी उन्होंने प्रचार के लिए उत्थे टीम ला रहे हैं जिहड़ा कि घर घर जाके नजायज़ शराब बारे जागरूकता पैदा करे, ताकि जेकर कोई गलत अंसर ऐसी गंदी घटना करने की कोशिश भी करे कि लोगों को नजायज़ शराब वंडने की कोशिश करे या पिलाने की कोशिश करे या बेचने की कोशिश करे, ਉਹਦੀ ਉਹ सरकारी एजेंसियों को इतलाह दे सकन तो अपने घर के मैंबरों को मना कर सकन। वो भी असी एक लंबा 8 या 9 महीने का प्रोग्राम लिखिया है
ਜਿਹੜਾ ਕਿ ਅੱਜ ਸ਼ੁਰੂ ਕਰ ਦਿੱਤਾ ਹੈ। ਅੱਜ ਉੱਥੇ ਈ ਰਿਕਸ਼ਾ ਪਹੁੰਚ ਚੁੱਕੀ ਹੈ। ਪਰਿਵਾਰ ਦੇ ਮੈਂਬਰਾਂ ਨੂੰ ਹੋਰ ਜੋ ਸਹੂਲਤ ਦੇਣੀ ਹੈ ਉਹ ਅਸੀਂ ਦੇਣ ਦਾ ਪੂਰਾ ਉਪਰਾਲੇ ਕਰ ਰਹੇ ਹਾਂ। ਇੱਕ ਸਾਡੇ ਅਜੇ ਵੀ ਜਿਹੜੇ ਇਲਾਜ ਨੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ, ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਕੋਈ ਜਲਦੀ ਠੀਕ ਹੋ ਕਰ ਆਉਣ। ਉਹਨਾਂ ਦਾ ਵੀ ਜੋ ਇਲਾਜ ਦਾ ਖਰਚਾ ਹੈ ਬਿਲਕੁਲ ਫ੍ਰੀ ਹੈ। ਜੇਕਰ ਕੋਈ ਟੈਸਟ ਵਗੈਰਾ ਉਹਨਾਂ ਨੂੰ ਬਾਹਰੋਂ ਵੀ ਕਰਾਉਣੇ ਪੈਂਦੇ ਨੇ, ਉਹਦੇ ਲਈ ਵੀ ਉਹਨਾਂ ਦੀ ਪੂਰੀ ਜਿਹੜੀ ਮਾਲੀ ਇਮਦਾਦ ਕੀਤੀ ਜਾ ਰਹੀ ਹੈ। ਸੋ ਸਰਕਾਰ ਵੱਲੋਂ ਇਹ ਕੋਸ਼ਿਸ਼ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ, ਲੋਕਾਂ ਦੇ ਵਿੱਚ ਅਵੇਅਰਨੈਸ ਜਨਰੇਟ ਹੋਵੇ, ਜਿਹੜੀਆਂ ਜਾਨਾਂ ਦਾ ਨੁਕਸਾਨ ਗਿਆ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ, ਤਾਂ ਕਿ ਉਹ ਇਹ ਮਹਿਸੂਸ ਨਾ ਕਰਨ ਕਿ ਇਕੱਲੇ ਇਹ ਦੁੱਖ ਦੀ ਘੜੀ ਦੇ ਵਿੱਚ ਪੂਰਾ ਪੰਜਾਬ ਉਹਨਾਂ ਦੇ ਨਾਲ ਹੈ, ਸਰਕਾਰ ਉਹਨਾਂ ਦੇ ਨਾਲ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਦੇ ਨਾਲ ਹੈ। ਹੁਣ ਜੇ ਆਪਾਂ ਅੱਜ ਕੋਵਿਡ ਦੀ ਗੱਲ ਕਰੀਏ, ਕੋਵਿਡ ਦੇ ਵਿੱਚ ਪਿੱਛੇ ਕੁਝ ਦਿਨਾਂ 'ਚ ਆਪਣੇ ਕੇਸ ਕਾਫੀ ਵਧਣੇ ਸ਼ੁਰੂ ਹੋਏ। ਕੁਝ ਤਾਂ ਇਸ ਲਈ ਕੇਸ ਵਧੇ ਨੇ ਕਿ ਅਸੀਂ IIT ਚੇਨਈ ਦੁਆਰਾ ਵਿਕਸਿਤ ਕੀਤੇ ਗਏ ਸੌਫਟਵੇਅਰ ਦੀ ਵਰਤੋਂ ਕਰਕੇ ਪਹਿਲਾਂ ਹੀ ਉਹ ਟਾਵਰ ਲੱਭਣੇ ਸ਼ੁਰੂ ਕੀਤੇ ਨੇ, ਟੈਲੀਫੋਨ ਟਾਵਰ, ਜਿਨ੍ਹਾਂ ਦੇ ਆਸ-ਪਾਸ ਕੋਵਿਡ ਪੋਜ਼ਿਟਿਵ ਪੇਸ਼ੈਂਟ ਜ਼ਿਆਦਾ ਪਾਏ ਜਾਂਦੇ ਨੇ। ਮੈਂ ਆਪਣੇ ਪਿਛਲੇ ਫੇਸਬੁੱਕ ਲਾਈਵ ਸੈਸ਼ਨ ਦੇ ਵਿੱਚ ਅਜਿਹੇ ਟਾਵਰਾਂ ਇਸ ਸੌਫਟਵੇਅਰ ਦੱਸਿਆ ਸੀਗਾ। ਇਸ ਸੌਫਟਵੇਅਰ ਦਾ ਸਾਨੂੰ ਬਹੁਤ ਫਾਇਦਾ ਹੋਇਆ ਕਿਉਂ ਅਸੀਂ ਉਹਨਾਂ ਇਲਾਕਿਆਂ ਦੀ ਜਾ ਕੇ ਸੈਂਪਲਿੰਗ ਕਰ ਸਕੇ ਹਾਂ ਜਿਨ੍ਹਾਂ ਵਿੱਚ ਅਜੇ ਕੋਈ ਬਿਮਾਰੀ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਸੀ। ਮਕਸਦ ਇੱਕੋ ਹੀ ਹੈ ਕਿ ਜਿਹੜਾ ਏਸਿਮਟੋਮੈਟਿਕ ਪੇਸ਼ੈਂਟ ਹੈ ਉਹਨੂੰ ਟੈਸਟ ਕੀਤਾ ਜਾਵੇ, ਤੇ ਜੇਕਰ ਉਹ ਪੋਜ਼ਿਟਿਵ ਆਉਂਦਾ ਹੈ ਤਾਂ ਉਹਨੂੰ ਆਈਸੋਲੇਟ ਕੀਤਾ ਜਾਵੇ। ਸੋ ਇਸ ਕਰਕੇ ਆਪਣੇ ਕੁਝ ਕੇਸ ਵਧਣੇ ਵੀ ਸ਼ੁਰੂ ਹੋਏ ਸੀਗੇ, ਤੇ ਹੁਣ ਪਰ ਆਪਣੇ ਕੇਸ ਘਟਣੇ ਸ਼ੁਰੂ ਹੋ ਗਏ। ਅੱਜ ਆਪਣੇ 228 ਕੇਸ ਐਕਟਿਵ ਨੇ, ਜਦੋਂ ਕਿ ਪਰਸੋਂ ਇਹ 256 ਤੋਂ ਵੱਧ ਸੀਗੇ, ਕਿਉਂਕਿ ਆਪਾਂ ਸੈਂਪਲਿੰਗ ਸ਼ੁਰੂ ਕੀਤੀ ਹੈ। ਉਹਦੇ ਕਰਕੇ ਸਾਡੇ ਪਹਿਲਾਂ ਅਸੀਂ 600 ਸੈਂਪਲ ਲੈਂਦੇ ਸੀਗੇ, ਫਿਰ ਅਸੀਂ ਇਹ ਸੌਫਟਵੇਅਰ ਨੂੰ ਯੂਜ਼ ਕਰਕੇ ਤਕਰੀਬਨ 1200 ਸੈਂਪਲ ਲੈਣੇ ਸ਼ੁਰੂ ਕਰ ਦਿੱਤੇ, ਔਰ ਇਹ ਵੀ ਸਭ ਤੋਂ ਹਾਈਐਸਟ ਸੈਂਪਲਿੰਗ ਅਸੀਂ ਕਰ ਰਹੇ ਹਾਂ। ਪੂਰੇ ਪੰਜਾਬ ਦੇ ਵਿੱਚ 1200 ਸੈਂਪਲ ਰੋਜ਼ਾਨਾ ਹੋਰ ਕੋਈ ਜ਼ਿਲ੍ਹਾ ਨਹੀਂ ਕਰ ਰਿਹਾ, ਅਸੀਂ ਇੱਥੇ ਸ਼ੁਰੂ ਕੀਤੇ ਨੇ। 1200 ਸੈਂਪਲਾਂ ਪਿੱਛੇ ਪਹਿਲਾਂ 70-80 ਲੋਕ ਪੋਜ਼ਿਟਿਵ ਆ ਰਹੇ ਸੀਗੇ, ਜਿਹਦੇ ਵਿੱਚ ਜ਼ਿਆਦਾਤਰ ਏਸਿਮਟੋਮੈਟਿਕ ਸੀਗੇ। ਹੁਣ ਇਹ ਗਿਣਤੀ ਘਟ ਕੇ 10 ਤੋਂ ਲੈ ਕੇ 25 ਦੇ ਵਿਚਕਾਰ ਰਹਿ ਗਈ ਹੈ, ਜਿਵੇਂ ਅੱਜ 27 ਆਏ ਨੇ। ਇਹਦੇ ਨਾਲ ਨਾਲ ਅਸੀਂ ਰੈਪਿਡ ਐਂਟੀਜਨ ਟੈਸਟਿੰਗ ਕਿੱਟਾਂ ਵੀ ਸ਼ੁਰੂ ਕਰ ਦਿੱਤੀਆਂ ਨੇ। ਪੰਜਾਬ ਸਰਕਾਰ ਦੁਆਰਾ ਸਾਨੂੰ ਟੈਸਟਿੰਗ ਕਿੱਟਾਂ ਮੁਹੱਈਆ ਕਰਾਈਆਂ ਨੇ, ਜਿਹੜੇ ਕਿ ਅਸੀਂ ਬਟਾਲਾ ਤੇ ਗੁਰਦਾਸਪੁਰ ਦੇ ਵਿੱਚ ਵਰਤ ਰਹੇ ਹਾਂ। 2 ਦਿਨ ਤੱਕ ਸਾਨੂੰ ਆਸ ਹੈ ਕਿ ਇਹਦੀ ਹੋਰ ਕੁਆਂਟੀਟੀ ਮਿਲ ਜਾਵੇਗੀ। ਇਹ ਜਿਹੜੀਆਂ ਰੈਪਿਡ ਐਂਟੀਜਨ ਟੈਸਟਿੰਗ ਕਿੱਟਾਂ ਨੇ ਅਸੀਂ ਹਰ ਹੈਲਥ ਸੈਂਟਰ 'ਚ ਪਹੁੰਚਦੀਆਂ ਕਰ ਦਿਆਂਗੇ, ਔਰ ਉੱਥੇ 5 ਮਿੰਟਾਂ ਦੇ ਵਿੱਚ ਪੇਸ਼ੈਂਟ ਬਾਰੇ ਦੱਸਿਆ ਜਾ ਸਕਦਾ ਹੈ ਕਿ ਕੋਵਿਡ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਇਹ ਕਿੱਟ ਬੜੀ ਰਿਲਾਇਬਲ ਹੈ। ਜੇਕਰ ਕੋਈ ਏਸਿਮਟੋਮੈਟਿਕ ਹੈ, ਉਹ ਨੈਗੇਟਿਵ ਆਉਂਦਾ ਹੈ ਤਾਂ ਉਹ ਕਨਫਰਮ ਨੈਗੇਟਿਵ ਮੰਨਿਆ ਜਾਂਦਾ ਹੈ। ਜੇਕਰ ਕੋਈ ਏਸਿਮਟੋਮੈਟਿਕ ਪੋਜ਼ਿਟਿਵ ਆਉਂਦਾ ਹੈ ਤਾਂ ਉਹ ਪੋਜ਼ਿਟਿਵ ਮੰਨਿਆ ਜਾਂਦਾ ਹੈ, ਔਰ ਜੇਕਰ ਕੋਈ ਸਿੰਪਟੋਮੈਟਿਕ ਪੋਜ਼ਿਟਿਵ ਆਉਂਦਾ ਹੈ ਉਹ ਵੀ ਪੋਜ਼ਿਟਿਵ ਮੰਨਿਆ ਜਾਂਦਾ ਹੈ। ਕੇਵਲ ਜਿਹੜਾ ਸਿੰਪਟੋਮੈਟਿਕ ਨੈਗੇਟਿਵ ਆਉਂਦਾ ਹੈ ਉਹਨੂੰ ਟੈਸਟ ਕਰਾਉਣ ਦੀ ਲੋੜ ਪੈਂਦੀ ਹੈ। ਇਹਦੇ ਨਾਲ ਲੰਮਾ ਸਮਾਂ ਇੰਤਜ਼ਾਰ ਨਹੀਂ ਕਰਨਾ ਪੈਂਦਾ, ਅੱਧੇ ਘੰਟੇ ਵਿੱਚ ਪਤਾ ਲੱਗ ਜਾਂਦਾ ਕਿ ਕੀ ਹੋਇਆ। ਇਸੇ ਪ੍ਰਕਾਰ ਜ਼ਿਲ੍ਹਾ ਹਸਪਤਾਲ ਦੇ ਵਿੱਚ ਗੁਰਦਾਸਪੁਰ ਵਿਖੇ ਟਰੂ ਨਟ ਮਸ਼ੀਨ ਲੈ ਕੇ ਲਗਾਈ ਗਈ ਹੈ, ਜਿਹੜੀ ਕਿ 2 ਘੰਟੇ ਦੇ ਵਿੱਚ ਕਨਫਰਮਡ ਰਿਪੋਰਟ ਦੇ ਦਿੰਦੀ ਹੈ। ਸੋ ਅਸੀਂ ਤਕਰੀਬਨ 1200 ਸੈਂਪਲ ਇਸ ਵੇਲੇ ਰੋਜ਼ ਕਰ ਰਹੇ ਹਾਂ, ਜਿਨ੍ਹਾਂ ਦੀ ਮਾਲੀ ਕੀਮਤ 50 ਲੱਖ ਰੁਪਏ ਦੇ ਆਸ-ਪਾਸ ਬਣਦੀ ਹੈ। ਹੁਣ ਜਿਹੜੀਆਂ ਇਹ ਰੈਪਿਡ ਟੈਸਟਿੰਗ ਕਿੱਟਾਂ ਆ ਜਾਣਗੀਆਂ, ਇਹਨਾਂ ਦਾ ਪ੍ਰਯੋਗ ਕਰਕੇ ਅਸੀਂ ਆਪਣੀ ਸੈਂਪਲਿੰਗ ਕੈਪੈਸਿਟੀ ਹੋਰ ਵਧਾਵਾਂਗੇ। ਹੁਣ ਸਾਡਾ ਟੀਚਾ ਇਹ ਹੈ ਕਿ ਬਟਾਲਾ ਸ਼ਹਿਰ ਦੇ ਵਿੱਚ ਜਿੱਥੇ ਇਨਫੈਕਸ਼ਨ ਜ਼ਿਆਦਾ ਫੈਲੀ ਹੋਈ ਹੈ, ਅਸੀਂ ਇਸ ਵੇਲੇ 400 ਸੈਂਪਲ ਰੋਜ਼ ਲੈ ਰਹੇ ਹਾਂ। ਉੱਥੇ ਅਸੀਂ 400 ਸੈਂਪਲ ਤਾਂ ਜੋ ਨਾਰਮਲ ਸੈਂਪਲ ਲੈ ਰਹੇ ਹਾਂ RT-PCR ਦੇ ਨਾਲ ਉਹ ਵੀ ਲਵਾਂਗੇ, ਪਰੰਤੂ ਕੋਸ਼ਿਸ਼ ਕਰਾਂਗੇ ਕਿ 300 ਤੋਂ 400 ਸੈਂਪਲ ਅਸੀਂ ਲਈਏ ਰੈਪਿਡ ਐਂਟੀਜਨ ਟੈਸਟਿੰਗ ਕਿੱਟਾਂ ਦੇ ਨਾਲ ਵੀ, ਔਰ ਆਪਣੀ ਜਿਹੜੀ ਆਈਸੋਲੇਸ਼ਨ ਦੀ ਫੈਸਿਲਿਟੀ ਹੈ, ਆਪਣੀ ਜਿਹੜੀ ਅਸੀਂ ਲੋਕਾਂ ਨੂੰ ਆਈਸੋਲੇਟ ਕਰਨਾ ਹੈ ਕੋਵਿਡ ਪੋਜ਼ਿਟਿਵ ਪੇਸ਼ੈਂਟ ਨੂੰ, ਉਹਨੂੰ ਤੇਜ਼ ਕਰ ਸਕੀਏ। ਅਸੀਂ ਇਹ ਵੀ ਨਾਲ ਸ਼ੁਰੂ ਕੀਤਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਕਿਸੇ ਪੇਸ਼ੈਂਟ ਦੇ ਘਰੇ ਜਗ੍ਹਾ ਹੈ ਔਰ ਉਹ ਗਾਈਡਲਾਈਨਸ ਨੂੰ ਪੂਰਾ ਕਰਦਾ ਹੈ ਤਾਂ ਅਸੀਂ ਉਹਨਾਂ ਦੇ ਘਰੇ ਵੀ ਹੋਮ ਆਈਸੋਲੇਟ ਕਰ ਰਹੇ ਹਾਂ। ਮੇਰੀ ਇੱਕੋ ਹੀ ਬਟਾਲਾ ਸ਼ਹਿਰ ਵਾਸੀਆਂ ਨੂੰ ਖਾਸ ਤੌਰ ਤੇ ਅਪੀਲ ਹੈ ਕਿ ਟੈਸਟ ਕਰਨ ਤੋਂ ਮਨਾ ਨਾ ਕਰੋ, ਔਰ ਜੇਕਰ ਟੈਸਟ ਦੇ ਵਿੱਚ ਕੋਈ ਆਦਮੀ, ਕੋਈ ਔਰਤ, ਕੋਈ ਬੱਚਾ ਪੋਜ਼ਿਟਿਵ ਪਾਇਆ ਜਾਂਦਾ ਹੈ ਔਰ ਇਹ ਸਿੰਪਟੋਮੈਟਿਕ ਹੈ ਔਰ ਪੰਜਾਬ ਸਰਕਾਰ ਦੀਆਂ ਗਾਈਡਲਾਈਨ ਨੂੰ ਪੂਰੀਆਂ ਕਰਦਾ ਹੈ,
ਤਾਂ ਅਸੀਂ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਆਈਸੋਲੇਟ ਕਰ ਸਕਦੇ ਹਾਂ। ਆਪਾਂ ਸਭ ਨੂੰ ਪਤਾ ਹੋਏਗਾ ਕਿ ਸਾਡੇ ਬਟਾਲਾ ਦੇ ਵਿੱਚ ਸਾਡੇ SMO ਡਾਕਟਰ ਭੱਲਾ ਸਾਹਿਬ ਬੜੀ ਤਨਦੇਹੀ ਤੇ ਇਮਾਨਦਾਰੀ ਦੇ ਨਾਲ ਸੇਵਾ ਕਰ ਰਹੇ ਹਨ, ਆਪਣਾ ਦਿਨ ਰਾਤ ਲਗਾ ਰਹੇ ਹਨ। ਅੱਜ ਉਹਨਾਂ ਨੂੰ ਵੀ ਸਦਮਾ ਲੱਗਿਆ ਹੈ ਕਿ ਉਹਨਾਂ ਦੀ ਧਰਮ ਪਤਨੀ ਜੀ ਸਵੇਰੇ ਸਵਰਗਵਾਸ ਕਰ ਗਏ। ਮੈਂ ਉਹਨਾਂ ਦੀ ਸਪਿਰਿਟ ਨੂੰ ਵੀ ਸਲਾਮ ਕਰਦਾ ਕਿ ਉਹਨਾਂ ਦੀ ਪਤਨੀ ਬਿਮਾਰ ਸੀਗੇ, ਡਾਇਲਿਸਿਸ ਤੇ ਸੀਗੇ, ਪਰੰਤੂ ਉਹਨਾਂ ਨੇ ਉਹਨਾਂ ਦੀ ਸਿਹਤ ਦੀ ਪਰਵਾਹ ਨਾ ਕਰਦੇ ਹੋਇਆ ਆਪਣੀ ਡਿਊਟੀ ਨੂੰ ਅੱਗੇ ਪਹਿਲ ਦਿੱਤੀ। ਕੱਲ੍ਹ ਵੀ ਸ਼ਾਮ ਨੂੰ ਸਾਡੇ ਨਾਲ 8 ਵਜੇ ਤੱਕ ਮੀਟਿੰਗ 'ਚ ਸੀਗੇ। ਉਹਨਾਂ ਦੇ ਪਰਿਵਾਰ ਦੇ ਨਾਲ ਵੀ ਮੈਂ ਆਪਣੀ ਹਮਦਰਦੀ ਜਤਾਉਣਾ, ਸਤਾਵਨਾ ਵਿਅਕਤ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਵਿਛੜੀ ਹੋਈ ਆਤਮਾ ਨੂੰ, ਰੂਹ ਨੂੰ ਸ਼ਾਂਤੀ ਬਖਸ਼ੇ, ਆਪਣੇ ਚਰਨਾਂ 'ਚ ਜਗ੍ਹਾ ਦੇਵੇ। ਔਰ ਮੈਂ ਭੱਲਾ ਸਾਹਿਬ ਦੀ ਸਪਿਰਿਟ ਨੂੰ ਸੈਲੂਟ ਕਰਦਾ ਕਿ ਉਹਨਾਂ ਨੇ ਆਪਣੇ ਪਰਿਵਾਰ ਤੋਂ, ਆਪਣੇ ਜ਼ਿਲ੍ਹੇ ਨੂੰ, ਆਪਣੀ ਡਿਊਟੀ ਨੂੰ ਉੱਪਰ ਰੱਖਿਆ। ਪਰਿਵਾਰ ਆਪਣੀ ਡਿਊਟੀ ਨੂੰ ਤੇ ਆਪਣੇ ਕੰਮ ਨੂੰ ਪਰਿਵਾਰ ਤੋਂ ਉੱਪਰ ਰੱਖਿਆ, ਔਰ ਇੱਕ ਬਹੁਤ ਵੱਡੀ ਗੱਲ ਹੈ। ਸੋ ਇਹੀ ਪੰਜਾਬੀਅਤ ਹੈ, ਇਹੀ ਮਿਸ਼ਨ ਫਤਿਹ ਹੈ ਕਿ ਮੁਸ਼ਕਿਲਾਂ ਦੇ ਵਿੱਚ ਵੀ ਅਸੀਂ ਆਪਣੀ ਡਿਊਟੀ ਕਰਦੇ ਰਹਿੰਦੇ ਹਾਂ। ਸੋ ਇੱਕ ਬਹੁਤ ਵੱਡੀ ਉਦਾਹਰਨ ਉਹਨਾਂ ਨੇ ਸੈੱਟ ਕੀਤੀ ਹੈ। ਮੈਂ ਉਹਨਾਂ ਨੂੰ ਸੈਲੂਟ ਕਰਦਾ, ਪੂਰੀ ਮੈਡੀਕਲ ਫੈਟਰਨਿਟੀ ਨੂੰ ਸੈਲੂਟ ਕਰਦਾ। ਸਾਡੇ ਜਿਹੜੇ ਫਰੰਟ ਲਾਈਨ ਵਰਕਰਸ ਨੇ, ਸੈਨੀਟੇਸ਼ਨ ਵਰਕਰਸ ਨੇ, ਸਾਡੇ ਸਿਵਲ ਦੇ ਆਫਿਸਰਸ ਨੇ, ਪਟਵਾਰੀ ਸਾਹਿਬਾਨ ਹੈ, ਤਹਿਸੀਲਦਾਰ ਸਾਹਿਬਾਨ ਹੈ, SDMs ਨੇ, ਸਾਡੇ ਪੁਲਿਸ ਦੇ ਆਫਿਸਰਸ ਨੇ, ਹਰ ਵਰਗ ਇਸ ਵੇਲੇ ਪੰਜਾਬ ਸਰਕਾਰ ਦਾ ਕੋਵਿਡ ਲੜਨ 'ਚ ਲੱਗਿਆ ਹੋਇਆ ਹੈ। ਮੈਂ ਹੁਣ ਸਾਰਿਆਂ ਨੂੰ ਸੈਲੂਟ ਕਰਦਾ। ਸਾਰਿਆਂ ਦਾ ਮੁੱਢਲਾ ਬਹੁਤ ਵੱਡਾ ਯੋਗਦਾਨ। ਤੇ ਜੇ ਅਸੀਂ ਅੱਜ ਗੱਲ ਕਰੀਏ ਗੁਰਦਾਸਪੁਰ ਦੇ ਵਿੱਚ ਕੋਵਿਡ ਦੀ ਸਥਿਤੀ ਦੀ, ਇਸ ਵੇਲੇ ਹੁਣ ਤੱਕ ਅਸੀਂ ਗੁਰਦਾਸਪੁਰ ਦੇ ਵਿੱਚ 38,816 ਸੈਂਪਲ ਲੈ ਚੁੱਕੇ ਹਾਂ, ਜਿਹਦੇ ਵਿੱਚੋਂ 733 ਲੋਕ ਪੋਜ਼ਿਟਿਵ ਆਏ ਨੇ, 1252 ਬੰਦਿਆਂ ਦੇ ਸੈਂਪਲ ਅਜੇ ਪੈਂਡਿੰਗ ਨੇ। ਇਹਨਾਂ ਦੇ ਵਿੱਚੋਂ ਇਸ ਵੇਲੇ 62 ਲੋਕ ਤਾਂ ਬਿਲਕੁਲ ਏਸਿਮਟੋਮੈਟਿਕ ਨੇ, ਜਿਹੜੇ ਗੁਰਦਾਸਪੁਰ ਵਿਖੇ ਨੇ। 32 ਲੋਕ ਸਿੰਪਟੋਮੈਟਿਕ ਨੇ, ਜਿਹੜੇ ਕਿ ਮਾਈਨਰ ਸਿੰਪਟਮ ਉਹਨਾਂ ਨੂੰ ਆਏ ਨੇ। ਇਹਨਾਂ 32 ਚੋਂ 4 ਪੇਸ਼ੈਂਟ ਐਸੇ ਨੇ ਜਿਨ੍ਹਾਂ ਨੂੰ ਆਕਸੀਜਨ ਦੇ ਉੱਪਰ ਰੱਖਿਆ ਗਿਆ, ਪਰ ਉਹ ਠੀਕ ਨੇ। ਇਹਦੇ ਨਾਲ ਨਾਲ ਸਾਡੇ ਕੁਝ ਪੇਸ਼ੈਂਟ ਬਾਹਰਲੇ ਸ਼ਹਿਰਾਂ ਵਿੱਚ ਵੀ ਹੈਗੇ ਆ, ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ 12 ਨੇ, ਫੋਰਟਿਸ ਹਸਪੀਟਲ ਤੇ DMC ਲੁਧਿਆਣਾ ਦੇ ਵਿੱਚ 5 ਪੇਸ਼ੈਂਟ ਨੇ, ਜਲੰਧਰ ਦੇ ਵਿੱਚ ਮੈਰੀਟੋਰੀਅਸ ਸਕੂਲ ਦੇ ਵਿੱਚ 1 ਪੇਸ਼ੈਂਟ ਹੈ, ਪਠਾਨਕੋਟ ਵਿਖੇ 1 ਪੇਸ਼ੈਂਟ ਹੈ, ਬਠਿੰਡਾ ਵਿਖੇ 3 ਪੇਸ਼ੈਂਟ ਨੇ, PGI ਵਿਖੇ 1 ਪੇਸ਼ੈਂਟ ਹੈ। ਇਹ ਉਹ ਪੇਸ਼ੈਂਟ ਨੇ ਜਿਹੜਾ ਦਾ ਟੈਸਟ ਇਹਨਾਂ ਸ਼ਹਿਰਾਂ ਵਿੱਚ ਹੋਇਆ ਔਰ ਉੱਥੇ ਪੋਜ਼ਿਟਿਵ ਪਾਏ ਗਏ ਨੇ, ਔਰ ਇਹਨਾਂ ਦਾ ਜਿਹੜਾ ਹੋਮ ਐਡਰੈਸ ਹੈ ਉਹ ਗੁਰਦਾਸਪੁਰ ਨੂੰ ਬਿਲੋਂਗ ਕਰਦਾ। ਤੇ ਜੋ ICMR ਇੰਡੀਅਨ ਕਾਉਂਸਲ ਮੈਡੀਕਲ ਰਿਸਰਚ ਦਾ ਪ੍ਰੋਟੋਕੋਲ ਹੈ, ਜੋ ਵੀ ਆਧਾਰ ਕਾਰਡ ਦਾ ਐਡਰੈਸ ਹੁੰਦਾ ਉਹ ਪੇਸ਼ੈਂਟ ਉੱਥੇ ਦਾ ਮੰਨਿਆ ਜਾਂਦਾ। ਪਰ ਇਹਨਾਂ ਦੇ ਜਿਹੜੇ ਟੈਸਟ ਨੇ ਉਹ ਬਾਹਰ ਹੋਏ ਨੇ, ਔਰ ਅਸੀਂ ਇੱਥੇ ਕਾਫੀ ਅੱਛੇ ਪ੍ਰਬੰਧ ਕੀਤੇ ਨੇ। ਸਾਡੇ ਕੋਲ ਇਸ ਵੇਲੇ ਤਕਰੀਬਨ, ਜੇ ਆਪਾਂ ਸਿਹਤ ਦੀ ਗੱਲ ਕਰੀਏ ਕੋਵਿਡ ਪੋਜ਼ਿਟਿਵ ਪੇਸ਼ੈਂਟ ਵਾਸਤੇ, ਤਾਂ ਅਸੀਂ 3 ਤਰ੍ਹਾਂ ਦੀ ਫੈਸਿਲਿਟੀ ਕ੍ਰੀਏਟ ਕੀਤੀਆਂ। ਪਹਿਲੀ ਫੈਸਿਲਿਟੀ ਹੈ ਲੈਵਲ 1, ਮੁੱਢਲਾ ਲੈਵਲ ਹੈ, ਜਿਹਨੂੰ ਅਸੀਂ ਕੋਵਿਡ ਕੇਅਰ ਸੈਂਟਰ ਕਹਿੰਦੇ ਹਾਂ। ਅਸੀਂ ਗੁਰਦਾਸਪੁਰ ਵਿਖੇ 1300 ਬੈੱਡ ਤਿਆਰ ਕੀਤੇ ਹੋਏ ਨੇ। ਲੋੜ ਪੈਂਦੇ 1300 ਬੈੱਡ ਐਕਟੀਵੇਟ ਕੀਤੇ ਜਾ ਸਕਦੇ ਨੇ। ਇਹਦੇ ਨਾਲ ਨਾਲ ਅਸੀਂ 140 ਬੈੱਡ ਲੈਵਲ 2, ਜਿੱਥੇ ਕਿ ਸਿੰਪਟੋਮੈਟਿਕ ਥੋੜ੍ਹੇ ਜਿਹੇ ਸੀਰੀਅਸ ਪੇਸ਼ੈਂਟ ਰੱਖੇ ਜਾ ਸਕਦੇ ਨੇ, ਇਹ ਸਾਡੇ ਕੋਲ 140 ਬੈੱਡ ਅਵੇਲੇਬਲ ਨੇ। ਔਰ ਸਾਡੇ ਦੀ ਲੈਵਲ 3 ਹੈ, ਕ੍ਰਿਟੀਕਲ ਕੇਅਰ ਹੈ, ਪੇਸ਼ੈਂਟ ਜ਼ਿਆਦਾ ਬਿਮਾਰ ਹੋ ਜਾਂਦੇ ਨੇ, ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਤੁਹਾਨੂੰ ਸ਼ਿਫਟ ਕਰਦੇ ਹਾਂ, ਉਹ ਉੱਥੇ ਜਾ ਰਹੇ ਨੇ। ਅਸੀਂ ਅੰਮ੍ਰਿਤਸਰ ਹਸਪੀਟਲ ਵਿਖੇ 4 ਬੈੱਡ ਦਾ ਇੱਕ ICU ਵੀ ਤਿਆਰ ਕੀਤਾ ਹੋਇਆ। ਔਰ ਮੇਰੀ ਇਹ ਕੋਸ਼ਿਸ਼ ਹੈ ਕਿ ਆਪਾਂ ਜਿਹੜੀ ਹੈਲਥ ਦੀਆਂ ਸੁਵਿਧਾਵਾਂ ਉਹਨੂੰ ਹੋਰ ਇੰਪਰੂਵ ਕਰੀਏ, ਹੋਰ ਚੰਗਾ ਕਰੀਏ। ਪਰ ਇੱਕ ਮੈਂ ਅਪੀਲ ਕਰਨਾ ਚਾਹੁੰਦਾ, ਮੈਂ ਅੱਜ ਵੀ ਜਾ ਕੇ ਵੇਖਿਆ ਕਿ ਅਸੀਂ ਅਜੇ ਵੀ ਜੋ ਸੋਸ਼ਲ ਡਿਸਟੈਂਸਿੰਗ ਦੇ ਨਾਰਮਸ ਹੈ ਉਹਨਾਂ ਨੂੰ ਪੂਰਾ ਨਹੀਂ ਕਰ ਰਹੇ। ਮਾਸਕ ਨਹੀਂ ਪਾ ਰਹੇ, ਹੱਥਾਂ ਨੂੰ ਸੈਨੀਟਾਈਜ਼ ਨਹੀਂ ਕਰ ਰਹੇ, ਔਰ ਇੱਕ ਹੋਰ ਗਲਤੀ ਕਰ ਰਹੇ, ਜੇਕਰ ਕਿਸੇ ਪੇਸ਼ੈਂਟ ਨੂੰ ਕੋਈ ਲੱਛਣ ਆਉਂਦੇ ਨੇ ਉਹ ਆਪਣਾ ਟੈਸਟ ਨਹੀਂ ਕਰਾ ਰਹੇ, ਟੈਸਟ ਕਰਾਉਣ ਤੋਂ ਘਬਰਾ ਰਹੇ ਹਨ, ਤੇ ਉਹਦਾ ਨਤੀਜਾ ਕੀ ਨਿਕਲਦਾ ਹੈ ਕਿ ਪੇਸ਼ੈਂਟ ਨੂੰ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਉਹਨੂੰ ਪਤਾ ਵੀ ਨਹੀਂ ਲੱਗਦਾ, ਤੇ 1 ਜਾਂ 2 ਦਿਨ ਆਕਸੀਜਨ ਦੀ ਕਮੀ ਤੋਂ ਬਗੈਰ ਰਹਿੰਦਾ ਹੈ। ਜਦੋਂ ਇੰਨਾ ਲੰਮਾ ਸਮਾਂ ਸਾਡੀ ਬੋਡੀ ਦੇ ਵਿੱਚ ਆਕਸੀਜਨ 95% ਤੋਂ ਘੱਟ ਰਹਿੰਦੀ ਹੈ, ਤਾਂ ਉਹ ਸਾਡੇ ਆਰਗਨਸ ਨੂੰ ਨੁਕਸਾਨ ਕਰਦੀ ਹੈ। ਤੇ ਜਦੋਂ ਆਰਗਨ ਦੇ ਨੁਕਸਾਨ ਦੀ ਵਜ੍ਹਾ ਤੇ ਉਹਦੀ ਸਿਹਤ ਵਿਗੜ ਜਾਂਦੀ ਹੈ, ਫਿਰ ਉਹ ਰਸ਼ ਕਰਦੇ ਨੇ ਬੜੇ ਹਸਪਤਾਲ ਦੇ ਵਿੱਚ, ਉੱਥੇ ਜਾ ਕੇ ਖਰਚਾ ਵੀ ਬਹੁਤ ਆਉਂਦਾ ਹੈ, ਔਰ ਕਈ ਵਾਰੀ ਇਲਾਜ ਦੇ ਵਿੱਚ ਬਚਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜਿੰਨੀਆਂ ਵੀ ਗੁਰਦਾਸਪੁਰ ਵਿਖੇ ਮੌਤਾਂ ਹੋਈਆਂ ਨੇ,
मैं उन्होंने बहुत विस्तारपूर्वक विश्लेषण किया। ये पता लगे कि ज़्यादातर मौतें उन्होंने लोगों की हुई ने जिन्होंं की उम्र ज़्यादा सी, और वो नाल उम्र के अलावा जी मेन गल सी कि उन्होंने टेस्ट कराने देरी की, अपना ऑक्सीजन लैवल नहीं चैक किया, क्योंकि डॉक्टर साहबान के अनुसार किसी व्यक्ति का ऑक्सीजन लैवल है वो 95% तो घट नहीं होना चाहिए। जेकर अपने को यंत्र नहीं है तो असी गिनती करके आप साह चैक कर सकते हैं। जेकर साडा एक साह की गिनती की समर्था घटी जा रही है तो यह मतलब ये है कि सानू कोई इदा की खतरा बीमारी हो गई है, ये सानू इलाज करना बहुत जरूरी है। सो असी ये वास्ते तकरीबन 30-40 हज़ार पैम्फलेट बना के बटाला शहर के भुल्लर के जिथे ज़्यादा केसिस हो रहे हैं वंड रहे हैं, बाकी थाने असी पिंड पिंड लगवा रहे हैं। तो मैं आस करदा कि अज इस फेसबुक लाइव सैशन के माध्यम के राही भी मैसेज जाएगा कि असी कोई भी सिम्पटम आता है जिमें कि बुखार, खांसी, गला खराब, जुकाम, हड्ड भननी, ईवन डायरिया होना, असी अपना कोविड का टेस्ट कराइए। और जब तक कोविड का रिजल्ट नहीं आता अपना ऑक्सीजन लैवल जरूर चैक करते रहिए। छोटा जिहा अंतर है, उंगली पर लाके पता लग जाता है। और जेकर ऑक्सीजन का लैवल 95% तो घट आता है तो तुरंत डॉक्टर साहब की हेल्प ली जाए, घर ना बैठा जाए। कोई फालतू एंटीबायोटिक खाने की लोड़ नहीं है। कई बार एंटीबायोटिक खा के कोशिश करते हैं, डॉक्टर तो गाइडेंस लवो। ज़्यादा कंडीशन सीरीयस है तुरंत टेस्ट कराओ। रैपिड एंटीजन टेस्ट की साढ़े कोल है, ट्रू नॉट मशीन साढ़े कोल है, सारा पब्लिक सहायता वास्ते हैगी है। और असी यही कोशिश कर रहे हैं कि अपने गुरदासपुर के विच सिम्पटोमैटिक केस ना बदन। ये सिम्पटोमैटिक केस आते भी नहीं, उन्होंने आइसोलेट करिए ताकि बीमारी ना हो सके। जिमें कि मैं दसिया है कि अस इतिहास सॉफ्टवेयर की पिछले 10-15 दिन तो वरतों कर रहे हैं। ये राही सानू तकरीबन 200 तो ऐसे पेशेंट मिले ने जिन्होंने बारे सानू पहले कोई जानकारी नहीं सी, पर यह सॉफ्टवेयर के राही सानू उन्होंने बारे पता लग्या, असीं हुण समय सिर आइसोलेट कर सके। और देखो सोच के देखो जेकर 200 व्यक्ति टेस्ट ना होंगे तो किन्ने बंदे अगे पॉजिटिव करते तो बीमारी कितनी फैल सकती सी। गुरदासपुर एक बड़ा जिला है, 25 लाख की आबादी है, वो अनुसार साढ़े जो पेशेंट ने बहुत घट ने। जो असीं टेस्टिंग बहुत ज़्यादा करा रहे हैं, साड़ी टेस्टिंग का लैवल इस वे पूरे पंजाब के चौथे नंबर पर है। अमृतसर, लुधियाना, बड़े जिले छड़ के जिथे बीमारी ज़्यादा फैली है। असी बाकी सब थावां वध टेस्टिंग करवा रहे हैं। और मैनू आस है साड़ी टेस्टिंग की समर्था है एक या 2 दिन असीं वध के साढ़े हुण 1200 सैंपल लै रहे हैं। असीं इहनूं 2000 तक लेके जावांगे कि रोज़ 2000 सैंपल चेक किए जाए, ताकि जे वायरस किते लभदा भी है उन्होंने आइसोलेट किया जाए। और जिला प्रशासन पूरा कमिटेड है इस गल वास्ते कि असी अपने जिले नूं इस महामारी तो बचा सकें। असी सारिया कोविड को कंटेन करने गतिविधियों का जायजा लैंदे हैं। हर रोज़ शाम को साड़ी एक मीटिंग होंगी है जूम के राही, जिहदे सवेरे शाम के 6 बजे तो लैके 7 बजे तक साढ़े सारे SMO साहबान, सिविल सर्जन, साढ़े SDM साहबान, पुलिस के नुमाइंदे असी आपस इंटरैक्शन करते हैं। जो दिन की प्रगति होंगी है उन्होंने जांचा जाता है। इतिहास सॉफ्टवेयर का टावरों की पड़ताल होंगी है कि कितने कोई होर नवा टावर तो नहीं आ रहा, कितने कोई नवा किस्त आ रहा। इस तो इलावा जोड़े साढ़े SDM गुरदासपुर ने श्री सकत्तर सिंह जी वाल, इन्हों सरकार द्वारा कोविड पेशेंट ट्रैकिंग अफसर नियुक्त किया गया। इन्हों की मेन जिम्मेवारी है कि जेकर कोई पेशेंट गंभीर बीमार हो जाता है उन्होंने इलाज की देख रेख करना, डॉक्टर साहबाना संपर्क करना। सो इस सैशन के माध्यम के राही मैं उन्होंने सारे पेशेंट के रिलेटिव्स नूं, अटेंडेंट्स नूं, वार्ड्स नूं अपील करदा कि जेकर किसी किस्म की तुहानूं कोई मुश्किल आ रही है इलाज दे विच तो तुसीं साडे SDM गुरदासपुर श्री सकत्तर सिंह वाले जी नूं संपर्क कर सकते हो। वो तुहाडी पूरी हेल्प करनगे। तुहाडा पेशेंट चाहे गुरदासपुर विखे एडमिट है, चाहे अमृतसर विखे एडमिट है, चाहे लुधियाना विखे एडमिट है, या पंजाब के किसी भी शहर से एडमिट है, थोड़े उत्थे मदद करने की पूरी कोशिश की जाएगी। ये साढ़े नवे मुख सकत्तर जी का विशेष उपराला है। उन्होंने हर जिले के एक कोविड पेशेंट ट्रैकिंग अफसर लाया। इतना भी बड़ा फर्क पै रहा है कि पेशेंट के गलबात हो रही है, डॉक्टर नाल गलबात हो रही है, जेकर कोई दवाई की या कुछ होर चीज़ की कमी रही है वो पूरी की जा रही है। इस प्रकार पंजाब सरकार द्वारा फैसला किया गया कि प्लाज्मा बैंक बनाया जाएगा अपने रीजन के विच। अमृतसर विखे ये प्लाज्मा बैंक बनेगा। और मैं एको अपील करदा कि जेडे कोविड के पॉजिटिव पेशेंट ठीक हो चुके हैं, जिन्होंने सिम्पटम आए थे, वो अपना प्लाज्मा दान कर। कुछ नहीं, आप खून ही दान करना, अपने जिवें आम नॉर्मल बंदा खून दान करता है उदा खून दान करना है।
ਡਾਕਟਰ ਸਾਹਿਬਾਨ ਨੇ ਸਭ ਤੋਂ ਪਹਿਲਾਂ ਖੂਨ ਦੀ ਜਾਂਚ ਕਰਨੀ ਹੈ। ਜੇਕਰ ਉਹਦੇ ਵਿੱਚ ਐਂਟੀਬਾਡੀਜ਼ ਪਾਏ ਜਾਂਦੇ ਨੇ ਤਾਂ ਉਹਨਾਂ ਦਾ ਸੈਂਪਲ ਖੂਨ ਦਾ ਲਿਆ ਜਾਏਗਾ, ਉਹਦੇ ਵਿੱਚੋਂ ਪਲਾਜ਼ਮਾ ਕੱਢ ਕੇ ਕਿਸੇ ਪੇਸ਼ੈਂਟ ਨੂੰ ਲਗਾਇਆ ਜਾਏਗਾ ਤੇ ਉਹਦੀ ਜ਼ਿੰਦਗੀ ਦੀ ਬਚਣ ਦਾ ਕਾਰਨ ਬਣ ਸਕਦਾ। ਸੋ ਜਿੰਨੇ ਵੀ ਗੁਰਦਾਸਪੁਰ ਵਿਖੇ ਪੇਸ਼ੈਂਟ ਕੋਵਿਡ ਪੋਜ਼ਿਟਿਵ ਆਏ ਨੇ, ਉਹ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਪਲਾਜ਼ਮਾ ਦਾਨ ਕਰਨ। ਸਾਡੇ ਆਪਣੇ ਗੁਰਦਾਸਪੁਰ ਪ੍ਰਸ਼ਾਸਨ ਦੇ 2 ਅਧਿਕਾਰੀ ਪੋਜ਼ਿਟਿਵ ਆਏ ਸੀਗੇ, ਉਹਨਾਂ ਨੇ ਮੈਨੂੰ ਪਹਿਲੇ ਹੀ ਕਹਿ ਦਿੱਤਾ ਕਿ ਜੀ ਸਾਡਾ ਖੂਨ ਜਾਂਚ ਕਰਾ ਲਓ, ਜੇਕਰ ਸਾਡੇ ਖੂਨ 'ਚ ਐਂਟੀਬਾਡੀਜ਼ ਪਾਏ ਜਾਂਦੇ ਨੇ ਤਾਂ ਅਸੀਂ ਆਪਣੇ ਬਲੱਡ ਡੋਨੇਸ਼ਨ ਕਰਨ ਨੂੰ ਤਿਆਰ ਹਾਂ। ਸਾਡੇ ਸੈਕਟਰੀ ਰੈੱਡ ਕਰਾਸ ਰਜੀਵ ਸਿੰਘ ਜੀ ਨੇ ਉਹ ਇਸ ਗੱਲ ਸਾਰਾ ਕੋਆਰਡੀਨੇਟ ਕਰ ਰਹੇ ਨੇ। ਜੇਕਰ ਕੋਈ ਵੀ ਕੋਵਿਡ ਪੋਜ਼ਿਟਿਵ ਪੇਸ਼ੈਂਟ ਆਪਣਾ ਪਲਾਜ਼ਮਾ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਦਾਨ ਕਰ ਸਕਦਾ। ਇਸੇ ਪ੍ਰਕਾਰ ਮੈਂ ਅੱਜ ਗੱਲ ਕਰਨਾ ਚਾਹਾਂਗਾ, ਸਾਡੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਸ ਹੈ, ਇਹਨਾਂ ਉੱਪਰ ਲੋਕ ਬਹੁਤ ਵੱਡਾ ਭਰੋਸਾ ਕਰਦੇ ਨੇ। ਸਭ ਤੋਂ ਪਹਿਲਾਂ ਪੇਸ਼ੈਂਟ ਇਹਨਾਂ ਕੋਲ ਹੀ ਜਾਂਦੇ ਨੇ। ਇਹ ਪਿੰਡ ਬੈਠੇ ਨੇ, ਮੁਹੱਲੇ 'ਚ ਬੈਠੇ ਨੇ। ਇਹਨਾਂ ਨੂੰ ਮੈਂ ਇੱਕੋ ਅਪੀਲ ਕਰਦਾ ਕਿ ਤੁਹਾਡੇ ਕੋਲ ਕੋਈ ਵੀ ਲੱਛਣ ਵਾਲਾ ਪੇਸ਼ੈਂਟ ਆਉਂਦਾ ਹੈ, ਜਿਹਨੂੰ ਕਿ ਕੋਵਿਡ ਦੇ ਲੱਛਣ ਨੇ, ਖਾਂਸੀ ਹੈ, ਜ਼ੁਕਾਮ ਹੈ, ਗਲਾ ਖਰਾਬ ਹੈ, ਤਾਂ ਤੁਸੀਂ ਉਹਨੂੰ ਤੁਰੰਤ ਜਾਂਚ ਕਰਨ ਲਈ ਕਹੋ। ਸਾਡੀ ਹੈਲਥ ਦੀਆਂ ਟੀਮਾਂ ਅਵੇਲੇਬਲ ਨੇ। ਹੁਣ ਤਾਂ ਬਿਲਕੁਲ ਐਂਟੀਜਨ ਟੈਸਟ ਕਿਟ ਦੇ ਰਾਹੀਂ 15 ਮਿੰਟਾਂ ਵਿੱਚ ਪਤਾ ਲੱਗ ਜਾਏਗਾ ਉਹਨੂੰ ਕੀ ਹੋਇਆ ਹੈਗਾ। ਕਿ ਉਹਨੂੰ ਭੁਲੇਖੇ 'ਚ ਨਾ ਪਾਓ ਕਿ 2 ਦਿਨ ਵੇਟ ਕਰ ਲੈ, ਤੁਰੰਤ ਟੈਸਟ ਕਰਾਓ। ਜੇਕਰ ਕੋਵਿਡ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਸਰਕਾਰੀ ਹਸਪਤਾਲ ਵਿਖੇ ਰੈਫਰ ਕਰੋ ਔਰ ਉੱਥੇ ਡਾਕਟਰ ਉਹਨਾਂ ਦੀ ਜਾਂਚ ਕਰਨਗੇ। ਜੇਕਰ ਉਹਨਾਂ ਦੇ ਸਿੰਪਟਮ ਘੱਟ ਹੋਣਗੇ ਤਾਂ ਅਸੀਂ ਉਹਨਾਂ ਨੂੰ ਘਰੇ ਆਈਸੋਲੇਟ ਕਰਾਂਗੇ, ਨਹੀਂ ਤਾਂ ਉਹਨਾਂ ਨੂੰ ਜੋ ਲੋੜਵੰਦ ਫੈਸਿਲਿਟੀ ਹੈ ਉੱਥੇ ਭੇਜਿਆ ਜਾਏਗਾ, ਉੱਥੇ ਉਹਨਾਂ ਦਾ ਇਲਾਜ ਕੀਤਾ ਜਾਏਗਾ। ਸੋ ਇੱਕ ਮੈਂ ਬੇਨਤੀ ਕਰਾਂਗਾ ਸਾਡੇ ਮੀਡੀਆ ਦੇ ਭਰਾਵਾਂ ਨੂੰ ਕਿ ਜਿਹੜੇ ਪੇਸ਼ੈਂਟ ਕੋਵਿਡ ਦੇ ਪੋਜ਼ਿਟਿਵ ਆ ਜਾਂਦੇ ਨੇ, ਉਹਨਾਂ ਦੀ ਪ੍ਰਾਈਵੇਸੀ ਜ਼ਰੂਰ ਰੱਖੀ ਜਾਵੇ, ਕਿਉਂਕਿ ਇਹ ਵੇਖਿਆ ਗਿਆ ਕਿ ਜਦੋਂ ਬਹੁਤ ਜ਼ਿਆਦਾ ਉਹਦਾ ਨਾਮ, ਉਹਦੇ ਮੁਹੱਲੇ ਦਾ ਐਡਰੈਸ, ਕੀ ਉਹਦਾ ਕਿੱਤਾ ਹੈ, ਕਿੰਨੀ ਉਹਦੀ ਉਮਰ ਹੈ, ਪਬਲਿਕ ਡੋਮੇਨ ਦੇ ਵਿੱਚ ਆ ਜਾਂਦੀ ਹੈ ਤਾਂ ਕਈ ਵਾਰੀ ਉਸ ਫੈਮਿਲੀ ਦੇ ਲੋਕਾਂ ਦੇ ਉੱਪਰ ਸਟਿਗਮਾ ਲੱਗ ਜਾਂਦਾ ਹੈ। ਇਸ ਲਈ ਵੀ ਬਹੁਤ ਸਾਰੇ ਲੋਕ ਆਪਣਾ ਟੈਸਟ ਕਰਾਉਣ ਤੋਂ ਬਚਦੇ ਹਨ। ਸੋ ਜੋ ਪੇਸ਼ੈਂਟ ਦੀ ਪ੍ਰਾਈਵੇਸੀ ਹੈ, ਜਿਹੜਾ ਉਹਦਾ ਮੁੱਢਲਾ ਅਧਿਕਾਰ ਹੈ, ਉਹਨੂੰ ਮੈਂ ਜ਼ਰੂਰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਆਪਾਂ ਉਹਨੂੰ ਮੇਨਟੇਨ ਕਰੀਏ, ਪ੍ਰੀਜ਼ਰਵ ਕਰੀਏ। ਇਹਦੇ ਨਾਲ ਜਿੱਥੇ ਅਸੀਂ ਬਿਮਾਰੀ ਨਾਲ ਲੜ ਰਹੇ ਹਾਂ, ਉੱਥੇ ਸਾਡਾ ਟੀਚਾ ਹੈ ਕਿ ਜੋ ਸਾਡੀ ਇਕਨੋਮੀ ਹੈ, ਸਾਡਾ ਜੋ ਕੰਮਕਾਰ ਹੈ, ਉਹ ਤੇਜ਼ੀ ਨਾਲ ਚੱਲੇ। ਪਿਛਲੇ 1.5-2 ਮਹੀਨੇ ਤੋਂ ਮਿਹਨਤ ਕੀਤੀ ਸਾਡੀ ਜਿਹੜੀ ਰੂਰਲ ਡਿਵੈਲਪਮੈਂਟ ਦੀ ਟੀਮ ਹੈ, ਮੈਂ ਉਹਨਾਂ ਨੂੰ ਵਧਾਈ ਦਿੰਦਾ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਪ੍ਰੋਗਰਾਮ ਦੇ ਤਹਿਤ ਅਸੀਂ ਭਿੰਨ ਸਕੀਮਾਂ ਨੂੰ ਕਨਵਰਜ ਕੀਤਾ। ਉਹਦਾ ਬੈਨੀਫਿਟ ਕੀ ਮਿਲਿਆ ਕਿ ਸਾਡੇ ਪਿੰਡਾਂ ਦੇ ਵਿੱਚ ਵਿਕਾਸ ਦੀ ਜਿਹੜੀ ਲਹਿਰ ਹੈ ਉਹ ਸ਼ੁਰੂ ਹੋ ਗਈ। ਹੁਣ ਤੱਕ ਅਸੀਂ ਪਿਛਲੇ 1.5-2 ਮਹੀਨੇ ਦੇ ਵਿੱਚ ਮਨਰੇਗਾ ਸਕੀਮ ਦੇ ਤਹਿਤ ਅਤੇ ਹੋਰ ਸਕੀਮਾਂ ਦੇ ਤਹਿਤ ਇਕੱਠਾ ਕਰਕੇ 28 ਕਰੋੜ ਦਾ ਖਰਚਾ ਕਰ ਚੁੱਕੇ ਹਾਂ ਔਰ ਗੁਰਦਾਸਪੁਰ ਜ਼ਿਲ੍ਹਾ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਇਹ ਨੰਬਰ 1 ਤੇ ਜਾ ਚੁੱਕਿਆ। ਇਹਦੇ 'ਚੋਂ ਤਕਰੀਬਨ 15 ਕਰੋੜ ਰੁਪਏ ਜਿਹੜਾ ਹੈਗਾ ਉਹ ਸਾਡੀ ਗਰੀਬ ਲੋਕਾਂ ਨੂੰ ਮਿਲੇਗਾ। ਅਸੀਂ ਇਹਦੇ 'ਚ ਇੱਕ ਸਕੀਮ ਬਣਾਈ ਹੈ ਜਿਹੜੀ ਕਿ ਅੱਜ ਮੈਂ ਇਸ ਸੈਸ਼ਨ ਦੇ ਰਾਹੀਂ ਅਪੀਲ ਕਰਾਂਗਾ ਕਿ ਪਿੰਡ ਦੇ ਵਿੱਚ ਅਸੀਂ 50 ਬੂਟਿਆਂ ਪਿੱਛੇ ਕੋਈ ਵੀ ਇੱਕ ਲੇਡੀ ਨੂੰ, ਇੱਕ ਔਰਤ ਨੂੰ, ਬੀਬੀਆਂ ਨੂੰ ਕੰਮ ਦੇਵਾਂਗੇ। ਸਭ ਤੋਂ ਪਹਿਲਾਂ 50 ਬੂਟੇ ਲਾਉਣ ਦੀ ਬੂਟੇ ਮੁਫਤ ਮੁਹੱਈਆ ਕਰਾਏ ਜਾਣਗੇ, ਸਰਕਾਰੀ ਥਾਂ ਤੇ ਲਾਉਣਗੇ ਔਰ ਬੂਟੇ ਲਾਉਣ ਦੀ ਜਿਹੜੀ ਲੇਬਰ ਹੈ ਉਹਨਾਂ ਨੂੰ ਮਿਲੇਗੀ। ਉਸ ਤੋਂ ਬਾਅਦ ਉਹਨਾਂ ਬੂਟਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ 5 ਸਾਲ ਲਈ ਅਸੀਂ ਉਹਨਾਂ ਨੂੰ ਦੇਵਾਂਗੇ। ਔਰ ਮੈਂ ਇਹ ਵੀ ਕਿਹਾ ਸਾਡੇ ਪਿੰਡਾਂ ਸਰਪੰਚ ਸਾਹਿਬਾਨ ਨੂੰ ਕਿ ਬੂਟੇ ਵੀ ਜ਼ਿਆਦਾ ਫਲਦਾਰ ਲਾਉਣ ਤਾਂ ਕਿ 5 ਸਾਲਾਂ ਬਾਅਦ ਜਦੋਂ ਬੂਟੇ ਫਲ ਦੇਣ ਲੱਗਣ ਤਾਂ ਉਹ ਫਲਾਂ ਦੀ ਜਿਹੜੀ ਹੈ ਮਾਲਕੀ ਵੀ ਅਸੀਂ ਉਸੇ ਬੀਬੀ ਨੂੰ ਦੇ ਦੇਈਏ। ਇਸ 5 ਸਾਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਤਕਰੀਬਨ 1100 ਰੁਪਏ ਮਹੀਨਾ ਲੇਬਰ ਦੇਵਾਂਗੇ। ਇਹਦੇ ਨਾਲ ਮੇਰਾ ਟੀਚਾ ਇਹ ਹੈ ਕਿ ਅਸੀਂ ਗੁਰਦਾਸਪੁਰ ਦੇ ਵਿੱਚ 20,000 ਤੋਂ ਵੱਧ ਬੀਬੀਆਂ ਨੂੰ ਰੁਜ਼ਗਾਰ ਦਈਏ, ਘੱਟੋ ਘੱਟ 1100 ਰੁਪਏ ਮਹੀਨਾ ਦਈਏ। ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਥੋੜ੍ਹੀ ਜਿਹੀ ਖੁਸ਼ਹਾਲੀ ਆਏਗੀ, ਥੋੜ੍ਹਾ ਜਿਹਾ ਗਰੀਬ ਬੰਦੇ ਦਾ ਜਿਹੜਾ ਭਾਰ ਘਟੇਗਾ। ਸੋ ਅਸੀਂ ਸਕੀਮ ਸ਼ੁਰੂ ਕੀਤੀ ਹੈ। ਇਸੇ ਪ੍ਰਕਾਰ ਅਸੀਂ ਛੱਪੜਾਂ ਵਿੱਚ ਸਫਾਈ ਦਾ ਕੰਮ ਸ਼ੁਰੂ ਕਰਾਇਆ ਹੈ। ਗੁਰਦਾਸਪੁਰ 'ਚ 1200 ਤੋਂ ਵੱਧ ਛੱਪੜ ਨੇ। ਅਸੀਂ ਤਕਰੀਬਨ 600 ਪਿੰਡਾਂ ਦੇ ਛੱਪੜਾਂ ਦੇ ਤਖਮੀਨੇ ਪਾਸ ਕਰ ਦਿੱਤੇ ਨੇ ਔਰ ਤਕਰੀਬਨ 300 ਪਿੰਡਾਂ ਦੇ ਵਿੱਚ ਕੰਮ ਸ਼ੁਰੂ ਹੋ ਚੁੱਕੇ। ਇਹਦੇ ਨਾਲ ਹਰ ਪਿੰਡ ਦੇ ਵਿੱਚ ਪਾਰਕ, ਹਰ ਪਿੰਡ ਦੇ ਵਿੱਚ 1000 ਬੂਟੇ, ਹਰ ਪਿੰਡ ਦੇ ਵਿੱਚ ਅਸੀਂ ਸੋਚ ਰਹੇ ਹਾਂ ਕਿ ਕੋਈ ਨਾ ਕੋਈ ਸਟੇਡੀਅਮ ਜਾਂ ਪਲੇਗਰਾਊਂਡ ਵੀ ਅਸੀਂ ਨਾਲ ਬਣਾਈਏ। ਇਹਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਕੂੜੇ ਦੀ ਸੰਭਾਲ ਵਾਸਤੇ ਜਿਹੜੇ ਪ੍ਰੋਜੈਕਟ ਹੈ ਉਹ ਵੀ ਪਾਸ ਕਰਨ ਲੱਗੇ ਹਾਂ। ਤੇ ਇਸੇ ਪ੍ਰਕਾਰ ਸ਼ਹਿਰਾਂ ਦੇ ਵਿੱਚ ਵੀ ਅਸੀਂ ਹੁਣ ਸ਼ੁਰੂ ਕੀਤਾ ਹੈ। ਪਹਿਲਾਂ ਮੈਂ ਗੁਰਦਾਸਪੁਰ 'ਚ ਥੋੜ੍ਹਾ ਜਿਹਾ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ ਸੀਗੀ। ਜਿਹੜੀ PIU ਰੋਡ ਹੈ ਅਸੀਂ ਉਹਦੇ ਹੁਣ ਵਿਕਾਸ ਦਾ ਕੰਮ ਸ਼ੁਰੂ ਕੀਤਾ ਹੋਇਆ। ਮੈਨੂੰ ਆਸ ਹੈ ਕਿ ਆਉਣ ਵਾਲੇ 15-20 ਦਿਨ ਦੇ ਵਿੱਚ ਜਿਹੜੀ PIU ਰੋਡ ਹੈ
कोई एक हरी भरी ते सैर करने दे लायक अच्छी रोड बन जाएगी। पहला ही बड़ी अच्छी है, वो सफाई का काम चल रहा है, वो सड़कों के साइड से मिट्टी पाने का काम चल रहा है, और वो उत्थे बूटे लाने का काम चल रहा है, और वो असीं उत्थे लाइटां भी ला देंगे ताकि गुरदासपुर वासियों वास्ते शहर दे विच एक सैर करने की अच्छी चीज़ बन सके। ये मैं अज ही प्लैनिंग की है कि साढ़े जिहड़े 4 शहर ने, पहला मेन बटाला, गुरदासपुर, दीनानगर ते डेरा बाबा नानक, इन्हां दे रस्ते मेन सड़कां ने जिहड़े कि सड़कां लंघदियां ने, जिवें कि गुरदासपुर चों बटाला नूं जा रही है, डेरा बाबा नानक नूं जा रही है, पठानकोट में जा रही है। इत्थे असी बूटे ला के लैंडस्केपिंग करिए, और यही सड़कां पिंडां विच भी लंघदियां ने, और उत्थे भी मैं गया सड़कां दे दोने कंढियां दे उपर बूटे भी लाए जाण, और उहदे नाल विचकार लैंडस्केपिंग बना करके छोटे छोटे पार्क 10-12 फुट चौड़े बनाए जाण ताकि ग्रीन पैच बन सके। साढ़े सारे 70 शहरों के विच असी सॉलिड वेस्ट की जी इंप्रूवमेंट करन लगे हुए हैं। असी कोशिश कर रहे हैं कि आने वाले 15-20 दिन के विच साडा 100% गिला कूड़ा सुक्का कूड़ा वखरे करना काम शुरू हो जाए। लगभग काफ़ी काम मुकम्मल हो गया, 70% काम मुकम्मल हो गया, और जो गिला कूड़ा उसकी कंपोस्टिंग की जाएगी, सुक्का कूड़ा रीसाइकल किया जाएगा। ये मैंने पूरी आस है कि सितंबर तक साढ़े किते भी कूड़े के ढेर नहीं होंगे, और जो साढ़े गार्बेज डंप बने सारे खत्म हो जाएंगे, और कूड़े की विज्ञानक तरीके संभाल साड़ी शुरू हो जाएगी। यही प्रोग्राम असीं पिंडां 'च भी शुरू कर रहे हैं, और पिंडां 'च असीं इहदे नाल कम्यूनिटी सैनिटरी कंपलैक्स भी बनाने की तजवीज़ बनाई है कि हर पिंड दे विच घट्टो घट्ट एक टॉयलेट कंपलैक्स हो। तो आपको पता ही है कि जो खेतीबाड़ी का काम होंदा है, बाहरों बहुत सारी लेबर आती है, उन्होंने टॉयलेट जाने में मुश्किल आती है। तो मेरा टीचा यह है कि हर पिंड के विच घट्टो घट्ट एक टॉयलेट का अपना असीं काम करा सकीए। असीं इस प्रकार रोज़गार के लिए भी काम शुरू किया है। तो कोविड के नाल इकनॉमी चलाना बहुत जरूरी है। मैं टीचा लिया है कि हर महीने 2000 बच्चों को नौकरियां मुहैया कराइया जाए, और इस प्रकार हर महीने 2000 बच्चों का कोई ना कोई धंधा कारोबार शुरू कराया जाए। असीं मुद्रा स्कीम के तहत और होर स्कीमां के तहत 411 करोड़ रुपया क्रेडिट लोन देने का पूरा विचार बनाया, जोड़ा घट तरह दिता जाएगा। वो मैं अज अपील करना कि जोड़े बंदे नौकरी लेना चाहते हैं वो साढ़े जिला इंपलॉयमेंट ऑफिसर ਨਾਲ संपर्क करन। जोड़े बच्चे या कोई भी आदमी अपना कारोबार शुरू करना चाहता है और बड़े घट रेट पर पैसा मिल जाएगा, और जो 1-2 लाख रुपये तक लोन लेना है तो कोई गारंटी देने की भी लोड़ नहीं है। लोन असी पास करा के देंगे, कोई किसी पासे तकलीफ नहीं होएगी। तो एक वधिया प्रपोजल बना के लेके आनी है, ये अपना काम शुरू करना। पिंडां दे विच असीं बकरी पालन का, डेयरी का काम पहले शुरू कर चुके हैं, हल्दी का भी असीं काम शुरू कराने जा रहे हैं। सो मेरी कोशिश ये है कि आप विकास भी करिए तो बीमारी तो भी बच सकीए, और आप इस गल सारे जे इकट्ठे होकर काम करांगे तो कामयाब हो सकते हैं, और आप कोविड तो भी बच सकते हैं, और अपने जिले अगे 1 नंबर भी बना सकते हैं। सो इन शब्दों के नाल मैं अज आप जी तो इजाजत लेना। बहुत बहुत धन्यवाद, और सेफ रहो, सुरक्षित रहो, मास्क पाओ, 6 फुट का फासला रखो। जेकर फिर भी किसी कारणवश लक्षण आ जाते हैं तो घरे ना बैठो, तुरंत अपना टेस्ट कराओ, और टेस्ट करा के जो पॉजिटिव आता है तो अपना इलाज कराओ। बहुत बहुत धन्यवाद। जय हिंद।